Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਮਹਿਲਾ ਤੀਜਾ। ਤ੍ਰੈ ਗੁਣ ਵਖਾਣੈ ਭਰਮ ਨਾ ਜਾਏ, ਬੰਧਨ ਨਾ ਟੂਟੈ ਮੁਕਤ ਨਾ ਪਾਏ, ਮੁਕਤ ਦਾਤਾ ਸਤਿਗੁਰ ਜੁਗ ਮਾਹੀ। ਜਿਹੜਾ ਮਨੁੱਖ ਤਿੰਨ ਗੁਣੀ ਮਾਇਆ ਦੀਆਂ ਗੱਲਾਂ ਕਰਨ ਦੇ ਵਿੱਚ ਹੀ ਦਿਲਚਸਪੀ ਰੱਖਦਾ ਹੈ, ਮਾਇਆ ਦੇ ਬਾਰੇ ਵਿੱਚ ਹੀ ਸੋਚਦਾ ਰਹਿੰਦਾ ਹੈ, ਦੁਨਿਆਵੀ ਮੋਹ ਦੇ ਬਾਰੇ ਵਿੱਚ ਹੀ ਸੋਚਦਾ ਰਹਿੰਦਾ ਹੈ, ਉਹਦੇ ਮਨ ਦੀ ਭਟਕਣਾ ਕਦੇ ਦੂਰ ਨਹੀਂ ਹੁੰਦੀ। ਇਹ ਹੋ ਵੀ ਨਹੀਂ ਸਕਦੀ। ਜਦੋਂ ਤੱਕ ਤੁਸੀਂ ਹਰ ਵਕਤ ਸਿਰਫ ਦੁਨਿਆਵੀ ਵਰਤਾਰਿਆਂ ਦੇ ਬਾਰੇ ਵਿੱਚ ਹੀ ਸੋਚਦੇ ਰਹੋਗੇ ਕਿ ਮੇਰੀ ਨੌਕਰੀ ਕਿਵੇਂ ਚੱਲ ਰਹੀ ਹੈ, ਮੇਰਾ ਪਰਿਵਾਰ ਸਾਰਾ ਸੁੱਖ ਦੇ ਵਿੱਚ ਹੈ ਕਿ ਨਹੀਂ, ਥੋੜ੍ਹੀ ਬਹੁਤੀ ਵੀ ਤੁਹਾਨੂੰ ਕਿਤੇ ਕੋਈ ਨਾ ਪੱਖੀ ਗੱਲ ਜਾਪੇਗੀ ਤਾਂ ਤੁਸੀਂ ਉਹਦੀ ਚਿੰਤਾ ਕਰਨ ਲੱਗੋਗੇ। ਮੇਰੇ ਆਲੇ ਦੁਆਲੇ ਕੀ ਹੋ ਰਿਹਾ ਹੈ, ਬੜੇ ਦੁੱਖ ਦਰਦ ਨੇ, ਤੁਸੀਂ ਸੋਚਣ ਲੱਗ ਜਾਓਗੇ ਕਿ ਇਹ ਕਿਉਂ ਨੇ। ਸ਼ਾਇਦ ਇਹ ਵੀ ਸੋਚਣ ਲੱਗ ਜਾਓ ਕਿ ਮੈਂ ਕੀ ਕਰ ਸਕਦਾ ਹਾਂ ਕਿ ਇਹਨਾਂ ਨੂੰ ਦੂਰ ਕਰ ਸਕਾਂ, ਆਪਣੇ ਦੁੱਖ ਦਰਦਾਂ ਨੂੰ ਵੀ ਦੂਰ ਕਰ ਸਕਾਂ, ਆਪਣੇ ਆਲੇ ਦੁਆਲੇ ਦੀ ਲੁਕਾਈ ਦੇ ਦੁੱਖ ਦਰਦਾਂ ਨੂੰ ਵੀ ਦੂਰ ਕਰ ਸਕਾਂ। ਇਹ ਸਭ ਕੁਝ ਬੁਰਾ ਨਹੀਂ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਹ ਸਭ ਸੋਚਿਆ। ਜੇ ਸੋਚਿਆ ਤਾਂ ਮਨੁੱਖਤਾ ਦੀ ਭਲਾਈ ਦੇ ਲਈ ਬਹੁਤ ਸਾਰੇ ਕਾਰਜ ਵੀ ਕੀਤੇ। ਪਰ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਇੱਕ ਬਹੁਤ ਵੱਡਾ ਫਰਕ ਇਹ ਹੈ ਕਿ ਉਹ ਇਹ ਸਭ ਕੁਝ ਕਰਦੇ ਹੋਏ ਵੀ ਤੇ ਸੋਚਦੇ ਹੋਏ ਵੀ ਸਥਿਰ ਰਹਿੰਦੇ ਸਨ, ਜਦਕਿ ਅਸੀਂ ਥੋੜ੍ਹਾ ਜਿਹਾ ਦੁੱਖ ਦਰਦ ਦੇਖ ਕੇ ਵੀ ਵਿਚਲਿਤ ਹੋ ਜਾਂਦੇ ਹਾਂ, ਮਨ ਦੀ ਸ਼ਾਂਤੀ ਨੂੰ ਖੋ ਬੈਠਦੇ ਹਾਂ, ਝੁਰਨ ਲੱਗਦੇ ਹਾਂ, ਚਿੰਤਾ ਕਰਨ ਲੱਗਦੇ ਹਾਂ। ਥੋੜ੍ਹੀ ਜਿਹੀ ਅਸਫਲਤਾ ਜੇ ਸਾਨੂੰ ਨਜ਼ਰ ਆਉਣ ਲੱਗਦੀ ਹੈ ਤਾਂ ਅਸੀਂ ਹਾਰ ਮੰਨਣ ਲੱਗ ਜਾਂਦੇ ਹਾਂ ਜਾਂ ਵਿਆਕੁਲ ਹੋ ਜਾਂਦੇ ਹਾਂ। ਇਹ ਸਾਰੀਆਂ ਗੱਲਾਂ ਜੋ ਹਨ, ਸਾਡਾ ਵਿਆਕੁਲ ਹੋਣਾ, ਸਾਡਾ ਵਿਚਲਿਤ ਹੋ ਜਾਣਾ, ਚਿੰਤਾ ਦੇ ਵਿੱਚ ਪੈ ਜਾਣਾ, ਇਹੀ ਸਾਡੇ ਮਨ ਦੀ ਭਟਕਣਾ ਹੈ। ਜੇਕਰ ਤੁਸੀਂ ਇਹਨਾਂ ਸਭ ਨੂੰ ਪਾਸੇ ਰੱਖ ਕੇ ਮਨੁੱਖਤਾ ਦੀ ਜਾਂ ਆਪਣੀ ਭਲਾਈ ਦੇ ਬਾਰੇ 'ਚ ਸੋਚ ਸਕਦੇ ਹੋ, ਜੀ ਸਦਕੇ ਸੋਚੋ, ਬਹੁਤ ਵਧੀਆ ਗੱਲ ਹੈ। ਪਹਿਲਾਂ ਆਪਣੇ ਮਨ ਨੂੰ ਅਸੀਂ ਇਸ ਹਾਲਾਤ ਦੇ ਵਿੱਚ ਲੈ ਕੇ ਆਈਏ, ਕਿਉਂਕਿ ਜਦੋਂ ਤੱਕ ਅਸੀਂ ਵਿਚਲਿਤ ਹੋਵਾਂਗੇ, ਚਿੰਤਿਤ ਹੋਵਾਂਗੇ ਤਾਂ ਸਹੀ ਫੈਸਲਾ ਵੀ ਨਹੀਂ ਲੈ ਪਾਵਾਂਗੇ। ਬੇਸ਼ੱਕ ਅਸੀਂ ਸਹੀ ਕੰਮ ਕਰਨ ਜਾ ਰਹੇ ਹਾਂ, ਪਰ ਸਹੀ ਫੈਸਲਾ ਨਹੀਂ ਲੈ ਪਾਵਾਂਗੇ। ਸਹੀ ਫੈਸਲਾ ਕਰਨ ਦੇ ਲਈ ਮਨ ਦਾ ਟਿਕਾਣੇ 'ਤੇ ਹੋਣਾ, ਸਥਿਰਤਾ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਕੋਈ ਵੀ ਕਾਰਜ ਕਰੀਏ ਤੇ ਉਹਦੇ ਜੋ ਸਿੱਟੇ ਹਨ ਉਹ ਜੈਸੇ ਵੀ ਆਉਣ ਉਹਨਾਂ ਨੂੰ ਮੰਨਣਾ ਸਿੱਖੀਏ, ਫਿਰ ਅਸੀਂ ਆਪਣੇ ਮਨ ਦੀਆਂ ਇਹਨਾਂ ਭਟਕਣਾਂ ਨੂੰ ਦੂਰ ਕਰ ਸਕਦੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ, ਤ੍ਰੈ ਗੁਣ ਵਖਾਣੈ ਭਰਮ ਨਾ ਜਾਏ, ਬੰਧਨ ਨਾ ਟੂਟੈ ਮੁਕਤ ਨਾ ਪਾਏ। ਕਿ ਜਿਹੜਾ ਮਨੁੱਖ ਸਦਾ ਹੀ ਦੁਨਿਆਵੀ ਮੋਹ ਮਾਇਆ ਦੀਆਂ ਗੱਲਾਂ ਕਰਦਾ ਰਹਿੰਦਾ ਹੈ, ਗੱਲਾਂ ਦੇ ਵਿੱਚ ਦਿਲਚਸਪੀ ਲੈਂਦਾ ਰਹਿੰਦਾ ਹੈ, ਉਹਦੇ ਮਾਇਆ ਦੇ ਬੰਧਨ ਕਦੇ ਵੀ ਨਹੀਂ ਟੁੱਟਦੇ ਤੇ ਮਾਇਆ ਅਤੇ ਵਿਕਾਰਾਂ ਤੋਂ ਉਹਨੂੰ ਕਦੇ ਵੀ ਮੁਕਤੀ ਹਾਸਲ ਨਹੀਂ ਹੁੰਦੀ, ਖਲਾਸੀ ਨਹੀਂ ਮਿਲਦੀ। ਮੁਕਤ ਦਾਤਾ ਸਤਿਗੁਰ ਜੁਗ ਮਾਹੀ। ਕਹਿੰਦੇ ਇਸ ਜਗਤ ਦੇ ਵਿੱਚ ਸਿਰਫ ਤੇ ਸਿਰਫ ਗੁਰੂ ਹੀ ਅਜਿਹੀ ਹਸਤੀ ਹੈ ਜਿਹੜੀ ਸਾਨੂੰ ਵਿਕਾਰਾਂ ਅਤੇ ਮਾਇਆ ਦੇ ਮੋਹ ਤੋਂ ਖਲਾਸੀ ਪ੍ਰਾਪਤ ਕਰਵਾ ਸਕਦੀ ਹੈ। ਗੁਰਮੁਖ ਪ੍ਰਾਣੀ ਭਰਮ ਗਵਾਏ, ਸਹਿਜ ਧੁਨ ਉਪਜੈ ਹਰ ਲਿਵ ਲਾਏ ਰਹਾਓ। ਜੋ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਉਹ ਆਪਣੇ ਮਨ ਦੀ ਭਟਕਣਾ ਨੂੰ ਦੂਰ ਕਰ ਲੈਂਦਾ ਹੈ, ਮਨ ਨੂੰ ਸਥਿਰਤਾ ਦੀ ਅਵਸਥਾ ਦੇ ਵਿੱਚ ਲੈ ਜਾਂਦਾ ਹੈ। ਫਿਰ ਉਹਦੇ ਮਨ ਦੇ ਅੰਦਰ ਸਦਾ ਹੀ ਆਤਮਿਕ ਅਡੋਲਤਾ ਦੀ ਧੁਨ ਉਪਜਦੀ ਹੈ ਤੇ ਉਹਦੀ ਲਿਵ ਉਸ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ। ਤ੍ਰੈ ਗੁਣ ਕਾਲੈ ਕੀ ਸਿਰ ਕਾਰਾ। ਜਿਹੜਾ ਮਨੁੱਖ ਸਦਾ
ਤਿੰਨ ਗੁਣੀ ਮਾਇਆ ਦੀਆਂ ਗੱਲਾਂ ਕਰਦਾ ਹੈ, ਉਹਦੇ ਸਿਰ ਦੇ ਉੱਤੇ ਕਾਲ ਦਾ ਦਬਾਅ ਹੁੰਦਾ ਹੈ। ਸਿਰ ਕਾਰਾ ਤੋਂ ਭਾਵ ਸਿਰ ਦੇ ਉੱਪਰ ਦਬਾਅ ਹੋਣਾ। ਸੌਖੇ ਸ਼ਬਦਾਂ ਦੇ ਵਿੱਚ ਅਸੀਂ ਸਰਕਾਰ ਵੀ ਕਹਿ ਸਕਦੇ ਹਾਂ ਕਿ ਜਿਹੜਾ ਮਨੁੱਖ ਸਦਾ ਮਾਇਆ ਦੀਆਂ ਗੱਲਾਂ ਕਰਦਾ ਹੈ, ਉਹਦੇ ਤੇ ਕਾਲ ਦੀ ਸਰਕਾਰ ਭਾਵ ਆਤਮਕ ਮੌਤ ਦੀ ਸਰਕਾਰ ਚੱਲਦੀ ਹੈ। ਨਾਮ ਨਾ ਚੇਤੈ ਉਪਾਵਨ ਹਾਰਾ, ਉਹਨੂੰ ਇਸ ਸ੍ਰਿਸ਼ਟੀ ਨੂੰ ਉਪਾਉਣ ਵਾਲੇ ਪ੍ਰਮਾਤਮਾ ਦਾ ਨਾਮ ਚੇਤੇ ਦੇ ਵਿੱਚ ਨਹੀਂ ਰਹਿੰਦਾ। ਮਰ ਜੰਮੈ ਫਿਰ ਬਾਰੋ ਵਾਰਾ, ਤੇ ਫਿਰ ਉਹ ਵਾਰ-ਵਾਰ ਜੰਮਦਾ ਮਰਦਾ ਰਹਿੰਦਾ ਹੈ। ਅੰਧੇ ਗੁਰੂ ਤੇ ਭਰਮ ਨਾ ਜਾਈ, ਮੂਲ ਛੋੜ ਲਾਗੇ ਦੂਜੈ ਭਾਈ, ਬਿਖ ਕਾ ਮਾਤਾ ਬਿਖ ਮਾਹੇ ਸਮਾਈ। ਪਿਛਲੀਆਂ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਮਨ ਦੀ ਭਟਕਣਾ ਦੂਰ ਕਰਨ ਦੀ ਗੱਲ ਕੀਤੀ ਹੈ ਤੇ ਇਹ ਕਿਹਾ ਹੈ ਕਿ ਜਦ ਤੱਕ ਅਸੀਂ ਗੁਰੂ ਦੇ ਲੜ ਨਹੀਂ ਲੱਗਦੇ, ਉਦੋਂ ਤੱਕ ਅਸੀਂ ਆਪਣੇ ਮਨ ਦੀ ਭਟਕਣਾ ਨੂੰ ਦੂਰ ਨਹੀਂ ਕਰ ਸਕਦੇ। ਮੁਕਤ ਦਾਤਾ ਸਤਿਗੁਰ ਜੁਗ ਮਾਹੇ, ਕਿ ਮਾਇਆ ਦੇ ਮੋਹ ਤੋਂ ਮੁਕਤੀ ਦੇਣ ਵਾਲਾ ਸਿਰਫ ਤੇ ਸਿਰਫ ਗੁਰੂ ਹੈ। ਤੇ ਇਸ ਪੰਕਤੀ ਦੇ ਵਿੱਚ ਗੁਰੂ ਜੀ ਕਹਿੰਦੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਗੁਰੂ ਖੁਦ ਹੀ ਮਾਇਆ ਦੇ ਮੋਹ ਦੇ ਵਿੱਚ ਅੰਨਾ ਹੁੰਦਾ ਹੈ, ਤੇ ਜੇਕਰ ਸਾਨੂੰ ਅਜਿਹਾ ਗੁਰੂ ਟੱਕਰ ਜਾਏ ਤਾਂ ਉਹ ਸਾਡੇ ਮਨ ਦੀ ਭਟਕਣਾ ਨੂੰ ਦੂਰ ਨਹੀਂ ਕਰ ਸਕਦਾ। ਅੰਧੇ ਗੁਰੂ ਤੇ ਭਰਮ ਨਾ ਜਾਈ, ਜਿਹੜਾ ਖੁਦ ਹੀ ਮਾਇਆ ਦੇ ਮੋਹ ਦੇ ਵਿੱਚ ਅੰਨਾ ਹੋਇਆ ਹੈ, ਉਹ ਸਾਡੇ ਮਨ ਦੀ ਭਟਕਣਾ ਨੂੰ ਦੂਰ ਨਹੀਂ ਕਰ ਸਕਦਾ। ਇਸੇ ਲਈ ਹੀ ਅਸੀਂ ਇਸ ਚੈਨਲ ਦੇ ਰਾਹੀਂ ਵੀ ਸਦਾ ਇਹ ਸੰਦੇਸ਼ ਦਿੰਦੇ ਹਾਂ ਕਿ ਸਾਡੇ 10 ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਨੂੰ ਪਰੋਸ ਕੇ ਦਿੱਤੀ ਹੈ, ਤੇ ਨਾਲ ਦੀ ਨਾਲ ਹੋਰ ਵੀ ਭਗਤਾਂ ਤੇ ਭੱਟਾਂ ਦੀ ਬਾਣੀ ਜੋ ਉਹਨਾਂ ਨੂੰ ਸਹੀ ਲੱਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਹੈ। ਤੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਹੀ ਇਲਾਹੀ ਗੁਰੂ ਨੇ, ਤੇ ਇਹਨਾਂ ਤੇ ਸਾਡਾ ਇੰਨਾ ਵਿਸ਼ਵਾਸ ਹੈ ਕਿ ਇਹ ਸਾਨੂੰ ਕਦੇ ਗਲਤ ਰਾਹ ਨਹੀਂ ਪਾ ਸਕਦੇ, ਕਦੇ ਵੀ ਨਹੀਂ। ਜੇਕਰ ਅਸੀਂ ਇਸ ਗੁਰੂ ਦੇ ਲੜ ਲੱਗੇ ਰਹੀਏ ਤਾਂ ਕਿਸੇ ਅੰਨੇ ਗੁਰੂ ਦੇ ਲੜ ਜਾ ਲੱਗਣ ਦਾ ਡਰ ਵੀ ਸਾਨੂੰ ਨਹੀਂ ਸਤਾਏਗਾ। ਅਸੀਂ ਉਸ ਪੱਖ ਤੋਂ ਸੁਰਖਰੂ ਰਹਿ ਸਕਦੇ ਹਾਂ। ਅੱਗੇ ਕਹਿੰਦੇ ਕਿ ਮੂਲ ਛੋੜ ਲਾਗੇ ਦੂਜਾ ਭਾਈ। ਇਸ ਪੰਕਤੀ ਦੇ ਵਿੱਚ ਵੀ ਉਸ ਅੰਨੇ ਗੁਰੂ ਦੀ ਹੀ ਗੱਲ ਕੀਤੀ ਗਈ ਹੈ, ਜਿਹੜਾ ਇਸ ਸ੍ਰਿਸ਼ਟੀ ਦੇ ਮੂਲ ਪ੍ਰਮਾਤਮਾ ਨੂੰ ਛੱਡ ਕੇ ਦੂਜੀਆਂ ਵਸਤਾਂ ਦੇ ਤੇ ਦੁਨਿਆਵੀ ਮੋਹ ਦੇ ਪ੍ਰੇਮ ਦੇ ਵਿੱਚ ਪਿਆ ਰਹਿੰਦਾ ਹੈ। ਬਿਖ ਕਾ ਮਾਤਾ ਬਿਖ ਮਾਹੇ ਸਮਾਈ, ਉਹ ਇਸ ਦੁਨਿਆਵੀ ਮੋਹ ਮਾਇਆ ਦੇ ਜ਼ਹਿਰ ਦੇ ਵਿੱਚ ਮਸਤ ਹੋਇਆ ਇਸੇ ਜ਼ਹਿਰ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਮਾਇਆ ਕਰ ਮੂਲ ਜੰਤਰ ਪਰਮਾਈ, ਜਿਹੜੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਮਨੁੱਖ ਨੇ, ਉਹਨਾਂ ਨੇ ਮਾਇਆ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਮੰਨ ਲਿਆ ਹੈ, ਮੂਲ ਮੰਨ ਲਿਆ ਹੈ, ਆਪਣਾ ਮੁੱਢ ਮੰਨ ਲਿਆ ਹੈ, ਤੇ ਇਸੇ ਭਟਕਣਾ ਦੇ ਵਿੱਚ ਪਏ ਰਹਿੰਦੇ ਨੇ। ਹਰ ਜੀਉ ਵਿਸਰਿਆ ਦੂਜਾ ਭਾਈ, ਇਸ ਦੂਜੀ ਮਾਇਆ ਦੇ ਪ੍ਰੇਮ ਦੇ ਵਿੱਚ ਐਸੇ ਪੈਂਦੇ ਨੇ ਕਿ ਉਸ ਕਰਤਾਰ ਨੂੰ ਮਨ ਦੇ ਵਿੱਚੋਂ ਵਿਸਾਰ ਦਿੰਦੇ ਨੇ। ਲੇਕਿਨ ਜੀਵਾਂ ਦੇ ਵੀ ਕੋਈ ਵੱਸ ਦੀ ਗੱਲ ਨਹੀਂ। ਗੁਰੂ ਜੀ ਕਹਿੰਦੇ ਜਿਸ ਨਦਰ ਕਰੇ ਸੋ ਪਰਮਗਤ ਪਾਈ, ਕਿ ਜਿਸ ਦੇ ਉੱਪਰ ਉਹ ਪ੍ਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹੀ ਮਨੁੱਖ ਪਰਮ ਅਵਸਥਾ, ਉੱਚੀ ਉੱਤਮ ਆਤਮਿਕ ਅਵਸਥਾ ਨੂੰ ਹਾਸਲ ਕਰਦੇ ਹਨ। ਅੰਤਰ ਸਾਚ ਬਾਹਰ ਸਾਚ ਵਰਤਾਏ, ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਗੁਰੂ ਉਸ ਸੱਚ, ਉਸ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਪ੍ਰਕਾਸ਼ ਕਰ ਦਿੰਦਾ ਹੈ, ਉਹ ਦੁਨੀਆ ਦੇ ਵਿੱਚ ਵਿਸਰਦਾ ਹੋਇਆ ਵੀ ਉਸ ਪ੍ਰਮਾਤਮਾ ਨੂੰ ਆਪਣੇ ਚੇਤੇ ਦੇ ਵਿੱਚ ਰੱਖਦਾ ਹੈ। ਸਾਚ ਨਾ ਛਪੈ ਜੇ ਕੋ ਰੱਖੈ ਛਪਾਈ, ਉਹ ਜੇਕਰ ਦੁਨੀਆ ਤੋਂ ਛੁਪਾਉਣਾ ਵੀ ਚਾਹੇ ਇਸ ਗੱਲ ਨੂੰ ਕਿ ਉਹਦੇ ਅੰਦਰ ਪ੍ਰਮਾਤਮਾ ਦਾ ਪ੍ਰਕਾਸ਼ ਹੋ ਗਿਆ ਹੈ, ਤਾਂ ਵੀ ਉਹ ਛੁਪਾ ਨਹੀਂ ਪਾਉਂਦਾ। ਦੁਨੀਆ ਦੇ ਵਿੱਚ ਉਹਦਾ ਵਿਚਰਨ ਇਸ ਪ੍ਰਕਾਰ ਦਾ ਹੋ ਜਾਂਦਾ ਹੈ ਕਿ ਸਹਿਜੇ ਹੀ ਪਤਾ ਚੱਲ ਜਾਂਦਾ ਹੈ ਕਿ ਇਹ ਮਨੁੱਖ ਪ੍ਰਮਾਤਮਾ ਦੇ ਬਹੁਤ ਨੇੜੇ ਹੋ ਚੁੱਕਿਆ ਹੈ। ਉਸ ਮਨੁੱਖ ਦੇ ਮੁਖ ਦੇ ਉੱਪਰ ਇੱਕ ਅਲੱਗ ਪ੍ਰਕਾਰ ਦਾ ਤੇਜ ਰਹਿੰਦਾ ਹੈ, ਇੱਕ ਅਲੱਗ ਪ੍ਰਕਾਰ ਦੀ ਹੀ ਅਡੋਲਤਾ ਉਹਦੇ ਅੰਦਰ ਆ ਜਾਂਦੀ ਹੈ, ਜਿਹੜੀ ਉਹਨੂੰ ਕਠਿਨ ਤੋਂ ਕਠਿਨ ਪ੍ਰਸਥਿਤੀਆਂ ਦੇ ਵਿੱਚ ਵੀ ਡੋਲਣ ਨਹੀਂ ਦਿੰਦੀ। ਗਿਆਨੀ ਬੂਝੈ ਸਹਿਜ ਸੁਭਾਏ, ਗੁਰੂ ਜੀ ਕਹਿੰਦੇ ਕਿ ਗਿਆਨੀ ਮਨੁੱਖ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਇਸ ਗੱਲ ਨੂੰ
ਬੁੱਝ ਪਾਉਂਦਾ ਹੈ। ਕਿਹੜੀ ਗੱਲ? ਕਿ ਜਦ ਪ੍ਰਮਾਤਮਾ ਦਾ ਪ੍ਰਕਾਸ਼ ਸਾਡੇ ਅੰਦਰ ਹੋ ਜਾਏ ਤਾਂ ਅਸੀਂ ਅਡੋਲ ਹੋ ਜਾਂਦੇ ਹਾਂ। ਗੁਰਮੁਖ ਸਾਚ ਰਹਿਆ ਲਿਵ ਲਾਏ, ਹਉਮੈ ਮਾਇਆ ਸ਼ਬਦ ਜਲਾਏ, ਮੇਰਾ ਪ੍ਰਭ ਸਾਚਾ ਮੇਲ ਮਿਲਾਏ। ਜੋ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਉਹਦੀ ਲਿਵ ਸਦਾ ਉਸ ਪ੍ਰਮਾਤਮਾ ਦੇ ਨਾਲ ਲੱਗੀ ਰਹਿੰਦੀ ਹੈ। ਗੁਰਮੁਖ ਸਾਚ ਰਹਿਆ ਲਿਵ ਲਾਏ, ਹਉਮੈ ਮਾਇਆ ਸ਼ਬਦ ਜਲਾਏ। ਗੁਰੂ ਦੀ ਸ਼ਬਦਾਂ ਦੀ ਬਰਕਤ ਦੇ ਨਾਲ ਉਹ ਆਪਣੇ ਅੰਦਰੋਂ ਹਉਮੈ ਤੇ ਮਾਇਆ ਦਾ ਮੋਹ ਜਲਾ ਪਾਉਂਦਾ ਹੈ। ਮੇਰਾ ਪ੍ਰਭ ਸਾਚਾ ਮੇਲ ਮਿਲਾਏ। ਤੇ ਫਿਰ ਗੁਰੂ ਜੀ ਕਹਿੰਦੇ ਮੇਰਾ ਸੱਚਾ ਪ੍ਰਮਾਤਮਾ, ਮੇਰਾ ਸੱਚਾ ਕਰਤਾਰ ਉਸ ਮਨੁੱਖ ਨੂੰ ਆਪਣੇ ਚਰਨਾਂ ਦੇ ਵਿੱਚ ਮਿਲਾ ਲੈਂਦਾ ਹੈ, ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। ਸਤਿਗੁਰ ਦਾਤਾ ਸ਼ਬਦ ਸੁਣਾਏ, ਧਾਵਤ ਰਾਖੈ ਠਾਕ ਰਹਾਈ, ਪੂਰੇ ਗੁਰ ਤੇ ਸੋਝੀ ਪਾਈ। ਪ੍ਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਸਤਿਗੁਰੂ ਜਦੋਂ ਮਨੁੱਖ ਨੂੰ ਆਪਣੀ ਸਿੱਖਿਆ ਦਿੰਦਾ ਹੈ, ਆਪਣੇ ਸ਼ਬਦ ਸੁਣਾਉਂਦਾ ਹੈ, ਤਾਂ ਉਹ ਮਨੁੱਖ ਆਪਣੇ ਮਨ ਨੂੰ ਮਾਇਆ ਅਤੇ ਵਿਕਾਰਾਂ ਵੱਲੋਂ ਕਾਬੂ ਕਰਨ ਦੇ ਯੋਗ ਹੋ ਜਾਂਦਾ ਹੈ, ਆਪਣੇ ਮਨ ਨੂੰ ਬੰਨ੍ਹ ਕੇ ਰੱਖਣ ਦੇ ਸਮਰੱਥ ਹੋ ਜਾਂਦਾ ਹੈ। ਪੂਰੇ ਗੁਰੂ ਦੇ ਨਾਲ ਮਿਲ ਕੇ ਉਹਨੂੰ ਸੋਝੀ ਮਿਲ ਜਾਂਦੀ ਹੈ, ਗਿਆਨ ਮਿਲ ਜਾਂਦਾ ਹੈ। ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ, ਤਿਸ ਬਿਨ ਦੂਜਾ ਅਵਰ ਨਾ ਕੋਈ, ਨਾਨਕ ਗੁਰਮੁਖ ਬੂਝਾ ਕੋਈ। ਹੇ ਨਾਨਕ, ਕੋਈ ਵਿਰਲਾ ਗੁਰਮੁਖ ਹੀ ਹੁੰਦਾ ਹੈ ਜਿਹੜਾ ਇਸ ਭੇਦ ਨੂੰ ਬੁੱਝ ਪਾਉਂਦਾ ਹੈ, ਜਿਹੜਾ ਇਸ ਗੱਲ ਨੂੰ ਸਮਝ ਪਾਉਂਦਾ ਹੈ ਕਿ ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ, ਕਿ ਉਹ ਕਰਤਾਰ ਆਪ ਹੀ ਹੈ ਜਿਹੜਾ ਇਸ ਸ੍ਰਿਸ਼ਟੀ ਦੀ ਸਿਰਜਣਾ ਵੀ ਕਰਦਾ ਹੈ, ਇਹਦੀ ਰੱਖਿਆ ਵੀ ਕਰਦਾ ਹੈ ਤੇ ਇਹਨੂੰ ਨਾਸ ਵੀ ਕਰਦਾ ਹੈ। ਤਿਸ ਬਿਨ ਦੂਜਾ ਅਵਰ ਨਾ ਕੋਈ, ਉਸ ਤੋਂ ਇਲਾਵਾ ਹੋਰ ਕੋਈ ਦੂਜਾ ਨਹੀਂ ਹੈ ਜਿਹੜਾ ਇਸ ਸ੍ਰਿਸ਼ਟੀ ਨੂੰ ਬਣਾਉਣ, ਇਹਦੀ ਰੱਖਿਆ ਕਰਨ ਤੇ ਇਹਨੂੰ ਨਾਸ ਕਰਨ ਦੇ ਯੋਗ ਹੋਵੇ। ਗੌੜੀ ਮਹਿਲਾ ਤੀਜਾ। ਨਾਮ ਅਮੋਲਕ ਗੁਰਮੁਖ ਪਾਵੈ, ਨਾਮੋ ਸੇਵੇ ਨਾਮ ਸਹਿਜ ਸਮਾਵੈ। ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਜਿਸਨੋ ਕਿਰਪਾ ਕਰੇ ਸੋ ਹਰ ਰਸ ਪਾਵੈ। ਗੁਰੂ ਜੀ ਕਹਿੰਦੇ ਕਿ ਉਹ ਪ੍ਰਮਾਤਮਾ ਦਾ ਜੋ ਨਾਮ ਹੈ ਉਹ ਅਮੋਲਕ ਹੈ, ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਉਹਨੂੰ ਕਿਤੋਂ ਖਰੀਦਿਆ ਵੀ ਨਹੀਂ ਜਾ ਸਕਦਾ। ਨਾਮ ਅਮੋਲਕ ਗੁਰਮੁਖ ਪਾਵੈ। ਇੱਕ ਹੀ ਤਰੀਕਾ ਹੈ ਉਸ ਨਾਮ ਨੂੰ ਹਾਸਲ ਕਰਨ ਦਾ, ਉਹ ਹੈ ਗੁਰੂ ਦੀ ਸ਼ਰਨ ਦੇ ਵਿੱਚ ਚਲੇ ਜਾਣਾ। ਜਦੋਂ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਚਲਾ ਜਾਂਦਾ ਹੈ ਉਹਨੂੰ ਪ੍ਰਮਾਤਮਾ ਦਾ ਨਾਮ ਹਾਸਲ ਹੋ ਜਾਂਦਾ ਹੈ ਤੇ ਫਿਰ ਉਹ ਨਾਮੋ ਸੇਵੇ ਨਾਮ ਸਹਿਜ ਸਮਾਵੈ। ਸਦਾ ਹੀ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ। ਉਸ ਨਾਮ ਦੀ ਬਰਕਤ ਦੇ ਨਾਲ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ, ਸਹਿਜ ਦੇ ਵਿੱਚ ਸਮਾਇਆ ਰਹਿੰਦਾ ਹੈ। ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਆਪਣੀ ਰਸਨਾ ਦੇ ਨਾਲ ਅੰਮ੍ਰਿਤ ਰੂਪੀ ਨਾਮ ਨਿਤ ਗਾਉਂਦਾ ਹੈ। ਜਿਸਨੋਂ ਕਿਰਪਾ ਕਰੇ ਸੋ ਹਰ ਰਸ ਪਾਵੈ। ਪਰ ਗੁਰੂ ਜੀ ਕਹਿੰਦੇ ਕਿ ਜਿਸ ਦੇ ਉੱਪਰ ਉਹ ਪ੍ਰਮਾਤਮਾ ਖੁਦ ਕਿਰਪਾ ਕਰੇ ਉਸੇ ਨੂੰ ਹੀ ਇਹ ਸੁਭਾਗ ਹਾਸਲ ਹੁੰਦਾ ਹੈ ਕਿ ਉਹ ਗੁਰੂ ਦੇ ਲੜ ਲੱਗ ਸਕੇ ਤੇ ਪ੍ਰਮਾਤਮਾ ਦਾ ਨਾਮ ਸਿਮਰ ਸਕੇ। ਅਨਦਿਨ ਹਿਰਦੈ ਜਪੋ ਜਗਦੀਸ਼ਾ, ਗੁਰਮੁਖ ਪਾਵੋ ਪਰਮ ਪਦ ਸੂਖਾ ਰਹਾਓ। ਜਿਸ ਤੇ ਉਸ ਪ੍ਰਮਾਤਮਾ ਦੀ ਮਿਹਰ ਹੋ ਗਈ ਉਹ ਮਨੁੱਖ ਫਿਰ ਹਰ ਰੋਜ਼ ਆਪਣੇ ਹਿਰਦੇ ਦੇ ਵਿੱਚ ਜਗਤ ਦੇ ਮਾਲਕ ਉਸ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਗੁਰੂ ਦੇ ਸਨਮੁਖ ਹੋ ਕੇ ਉੱਚੀ ਆਤਮਿਕ ਅਵਸਥਾ ਤੇ ਪਰਮ ਆਨੰਦ ਪ੍ਰਾਪਤ ਕਰ ਲੈਂਦਾ ਹੈ। ਹਿਰਦੈ ਸੂਖ ਭਇਆ ਪ੍ਰਗਾਸ, ਉਹਦੇ ਹਿਰਦੇ ਦੇ ਵਿੱਚ ਆਨੰਦ ਅਤੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਗੁਰਮੁਖ ਗਾਵੈ ਸੱਚ ਗੁਣਦਾਸ, ਤੇ ਉਹ ਗੁਰਮੁਖ ਮਨੁੱਖ ਗੁਣਾਂ ਦੇ ਖਜ਼ਾਨੇ ਉਸ ਮਾਲਕ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਦਾਸਨ ਦਾਸ ਨਿਤ ਹੋਵੈ ਦਾਸ, ਉਹ ਉਸ ਪ੍ਰਮਾਤਮਾ ਦੇ ਦਾਸਾਂ ਦਾ ਵੀ ਦਾਸ ਬਣਨ ਨੂੰ ਤਿਆਰ ਹੁੰਦਾ ਹੈ। ਭਾਵ ਕਿ ਉਹਨੇ ਆਪਣੀ ਹਸਤੀ ਨੂੰ ਮਿਟਾ ਲਿਆ ਹੁੰਦਾ ਹੈ, ਆਪਣੀ ਹਉਮੈ ਨੂੰ ਖਤਮ ਕਰ ਲਿਆ ਹੁੰਦਾ ਹੈ। ਆਪਣੇ ਆਪ ਨੂੰ ਉਹ ਨੀਵਾਂ ਸਮਝਦਾ ਹੈ, ਉੱਚਾ ਨਹੀਂ ਮੰਨਦਾ। ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਬਹੁਤ ਉੱਚਾ ਮੰਨਣ ਲੱਗ ਜਾਂਦੇ ਹੋ ਤਾਂ ਹਉਮੈ
ਆ ਹੀ ਜਾਂਦੀ ਹੈ। ਗ੍ਰਹਿ ਕੁਟੰਬ ਮਹਿ ਸਦਾ ਉਦਾਸ। ਗੁਰਮੁਖ ਮਨੁੱਖ ਆਪਣੇ ਘਰ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ, ਪਰਿਵਾਰਕ ਜ਼ਿੰਦਗੀ ਜਿਉਂਦਾ ਹੋਇਆ ਵੀ ਮਾਇਆ ਮੋਹ ਵੱਲੋਂ ਉਦਾਸ ਰਹਿੰਦਾ ਹੈ, ਉਪਰਾਮ ਰਹਿੰਦਾ ਹੈ। ਇਹਦੀ ਸਭ ਤੋਂ ਵੱਡੀ ਉਦਾਹਰਣ ਸਾਡੇ ਗੁਰੂ ਸਾਹਿਬਾਨ ਨੇ, ਜਿਨ੍ਹਾਂ ਨੇ ਆਪਣੇ ਸੰਸਾਰਕ, ਆਪਣੇ ਪਰਿਵਾਰਕ ਜੀਵਨ ਬਿਲਕੁਲ ਆਮ ਲੋਕਾਂ ਦੇ ਵਾਂਗ ਬਿਤਾਏ, ਪਰ ਫਿਰ ਵੀ ਉਹ ਮਾਇਆ ਮੋਹ ਅਤੇ ਵਿਕਾਰਾਂ ਵੱਲੋਂ ਬਹੁਤ ਉਪਰਾਮ ਸਨ, ਬਹੁਤ ਦੂਰ ਸਨ। ਜੀਵਨ ਮੁਕਤ ਗੁਰਮੁਖ ਕੋ ਹੋਈ, ਪਰਮ ਪਦਾਰਥ ਪਾਵੈ ਸੋਈ। ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੈ ਪ੍ਰਭ ਸੋਈ। ਗੁਰਮੁਖ ਮਨੁੱਖ ਹੀ ਅਜਿਹਾ ਹੈ ਜਿਹਨੂੰ ਕਿ ਜੀਵਨ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਵਿਚਰਦੇ ਹੋਏ ਵੀ ਵਿਕਾਰਾਂ ਅਤੇ ਮਾਇਆ ਦੇ ਮੋਹ ਤੋਂ ਮੁਕਤੀ ਮਿਲ ਜਾਂਦੀ ਹੈ। ਉਹਨੂੰ ਉੱਤਮ ਪਦਾਰਥ ਪਰਮਾਤਮਾ ਦਾ ਨਾਮ ਹਾਸਲ ਹੋ ਜਾਂਦਾ ਹੈ। ਤਿੰਨਾਂ ਗੁਣਾਂ ਦਾ ਪ੍ਰਭਾਵ ਪਾਉਣ ਵਾਲੀ ਮਾਇਆ ਦਾ ਅਸਰ ਉਹਦੇ ਮਨ ਤੋਂ ਹਟ ਜਾਂਦਾ ਹੈ ਤੇ ਉਹਦਾ ਮਨ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਆਤਮਿਕ ਅਡੋਲਤਾ ਦੇ ਵਿੱਚ ਟਿਕੇ ਹੋਏ ਨੂੰ ਪਰਮਾਤਮਾ ਖੁਦ ਆ ਕੇ ਮਿਲ ਪੈਂਦਾ ਹੈ। ਹਾਲਾਂਕਿ ਪਹਿਲਾਂ ਵੀ ਬਹੁਤ ਵਾਰ ਇਹ ਗੱਲ ਦੱਸੀ ਹੈ ਕਿ ਪਰਮਾਤਮਾ ਕੋਈ ਸਰੀਰਕ ਹਸਤੀ ਨਹੀਂ ਜਿਸ ਨੂੰ ਅਸੀਂ ਆਪਣੀਆਂ ਗਿਆਨ ਇੰਦਰੀਆਂ ਦੇ ਨਾਲ ਵੇਖ, ਸੁਣ ਜਾਂ ਛੋਹ ਸਕਦੇ ਹੋਈਏ, ਤੇ ਅਜਿਹਾ ਵੀ ਨਹੀਂ ਹੈ ਕਿ ਉਹ ਸਾਡੇ ਸਾਹਮਣੇ ਕਿਸੇ ਪ੍ਰਕਾਰ ਪ੍ਰਗਟ ਹੋ ਜਾਏਗਾ। ਗੱਲ ਹੈ ਕਿ ਜਦੋਂ ਮਨੁੱਖ ਗੁਰੂ ਦੇ ਲੜ ਲੱਗ ਗਿਆ ਤਾਂ ਉਹਦੇ ਮਨ ਦੇ ਵਿੱਚ ਉਸ ਪਰਮਾਤਮਾ ਦੇ ਪ੍ਰਤੀ ਇੱਕ ਪ੍ਰੇਮ ਜਾਗ ਉੱਠਦਾ ਹੈ। ਉਹ ਉਹਦੀ ਹੋਂਦ ਨੂੰ ਮੰਨਣ ਲੱਗਦਾ ਹੈ। ਸਾਡੇ ਹਿਰਦਿਆਂ ਦੇ ਵਿੱਚ ਪਰਮਾਤਮਾ ਦਾ ਪ੍ਰਕਾਸ਼ ਹੋਣ ਦਾ ਅਰਥ ਇਹੀ ਹੈ ਕਿ ਅਸੀਂ ਉਹਨੂੰ ਮੰਨਣ ਲੱਗਦੇ ਹਾਂ ਤੇ ਕਣ ਕਣ ਦੇ ਵਿੱਚ ਉਹਨੂੰ ਮਹਿਸੂਸ ਕਰਨ ਲੱਗਦੇ ਹਾਂ। ਸਾਡੇ ਜੀਵਨ ਦੇ ਵਿੱਚ ਵਰਤਦੇ ਹੋਏ ਅਨੇਕਾਂ ਵਰਤਾਰਿਆਂ ਨੂੰ ਅਸੀਂ ਪਰਮਾਤਮਾ ਦਾ ਹੁਕਮ ਸਮਝਣ ਲੱਗ ਜਾਂਦੇ ਹਾਂ। ਅੱਗੇ ਚੱਲਦੇ ਹਾਂ। ਮੋਹ ਕੁਟੰਬ ਸਿਓ ਪ੍ਰੀਤ ਨਾ ਹੋਏ, ਜਾ ਹਿਰਦੈ ਵਸਿਆ ਸੱਚ ਸੋਏ। ਜਦੋਂ ਸਾਡੇ ਹਿਰਦਿਆਂ ਦੇ ਵਿੱਚ ਉਹ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਵਸ ਗਿਆ ਤਾਂ ਗੁਰੂ ਜੀ ਕਹਿੰਦੇ ਸਾਡਾ ਆਪਣੇ ਪਰਿਵਾਰ ਦੇ ਨਾਲ ਮੋਹ ਪ੍ਰੇਮ ਨਹੀਂ ਰਹਿੰਦਾ। ਹੁਣ ਇੱਥੇ ਵੀ ਇਹ ਭਾਵ ਬਿਲਕੁਲ ਵੀ ਨਹੀਂ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਪ੍ਰੇਮ ਹੀ ਕਰਨੋਂ ਹਟ ਜਾਂਦੇ ਹਾਂ, ਉਹਨਾਂ ਲਈ ਸਾਡੇ ਬਣਦੇ ਹੋਏ ਫਰਜ਼ ਅਦਾ ਕਰਨੋਂ ਹਟ ਜਾਂਦੇ ਹਾਂ। ਅਜਿਹਾ ਨਹੀਂ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਅਜਿਹਾ ਨਹੀਂ ਕੀਤਾ। ਉਹ ਆਪਣੇ ਪਰਿਵਾਰ ਦੇ ਵਿੱਚ ਰਹੇ ਨੇ, ਆਪਣੇ ਪਰਿਵਾਰ ਨੂੰ ਪ੍ਰੇਮ ਵੀ ਕਰਦੇ ਰਹੇ ਨੇ, ਸਦਾ ਉਹਨਾਂ ਦੇ ਨਾਲ ਰਹੇ ਨੇ। ਲੇਕਿਨ ਜਿਸ ਮੋਹ ਨੂੰ ਖਤਮ ਕਰਨ ਦੀ ਗੱਲ ਇਸ ਪੰਕਤੀ ਦੇ ਰਾਹੀਂ ਹੋ ਰਹੀ ਹੈ ਉਹ ਇਹ ਹੈ ਕਿ ਜਦ ਪਰਿਵਾਰ ਤੇ ਆਂਚ ਆਈ ਤਾਂ ਉਹਨਾਂ ਨੂੰ ਦੁੱਖ ਨਹੀਂ ਹੋਇਆ, ਤਾਂ ਉਹਨਾਂ ਕੋਲ ਉਹ ਸੂਝ ਸੀ ਕਿ ਇਹ ਪਰਮਾਤਮਾ ਦਾ ਮਿਥਿਆ ਹੋਇਆ ਭਾਣਾ ਵਰਤ ਰਿਹਾ ਹੈ। ਭਾਣਾ ਮੰਨਣ ਦੀ ਸ਼ਕਤੀ ਸੀ ਉਹਨਾਂ ਕੋਲ। ਇਹ ਨਹੀਂ ਸੀ ਕਿ ਉਹ ਆਪਣੇ ਪਰਿਵਾਰ ਨੂੰ ਪ੍ਰੇਮ ਨਹੀਂ ਕਰਦੇ ਸੀ। ਅਸੀਂ ਇਸ ਮੋਹ ਨੂੰ ਇਸ ਪ੍ਰਕਾਰ ਰੱਖਣਾ ਹੈ ਤੇ ਇਸ ਪ੍ਰਕਾਰ ਖਤਮ ਕਰਨਾ ਹੈ ਕਿ ਸਾਡੇ ਪਰਿਵਾਰ ਦੇ ਪ੍ਰਤੀ ਜੋ ਸਾਡੇ ਫਰਜ਼ ਹਨ ਅਸੀਂ ਉਹਨਾਂ ਨੂੰ ਅਦਾ ਕਰੀਏ। ਆਪਣੇ ਪਰਿਵਾਰ ਨੂੰ, ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਵੀ ਪ੍ਰੇਮ ਕਰੀਏ, ਸਾਰੀ ਲੋਕਾਈ ਨੂੰ ਪ੍ਰੇਮ ਕਰੀਏ। ਜਿੱਥੇ ਅਸੀਂ ਕਿਸੇ ਦੀ ਕੋਈ ਮਦਦ ਕਰ ਸਕਦੇ ਹਾਂ, ਭਾਵੇਂ ਉਹ ਸਾਡਾ ਕੋਈ ਪਰਿਵਾਰਕ ਮੈਂਬਰ ਹੈ ਜਾਂ ਕੋਈ ਹੋਰ ਮਨੁੱਖ ਹੈ, ਉੱਥੇ ਸਾਨੂੰ ਕਰਨੀ ਚਾਹੀਦੀ ਹੈ। ਜੇਕਰ ਅਸੀਂ ਕਿਸੇ ਨੂੰ ਕਿਸੇ ਤਕਲੀਫ ਦੇ ਵਿੱਚੋਂ ਕੱਢ ਸਕਦੇ ਹਾਂ ਤਾਂ ਕੱਢਣਾ ਚਾਹੀਦਾ ਹੈ। ਉਹ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਸਾਡੇ ਹਿਰਦਿਆਂ ਦੇ ਵਿੱਚ ਪ੍ਰੇਮ ਹੋਏਗਾ। ਪਰ ਜਿੱਥੇ ਕਈ ਵਾਰ ਕੋਈ ਅਜਿਹੇ ਵਰਤਾਰੇ ਵਾਪਰ ਜਾਣ ਕਿ ਅਸੀਂ ਕੁਝ ਕਰ ਹੀ ਨਹੀਂ ਸਕਦੇ, ਤਾਂ ਉੱਥੇ ਝੂਰਨ ਦੀ ਬਜਾਏ ਜਾਂ ਦੁਖੀ ਹੋਣ ਦੀ ਬਜਾਏ ਉਸ ਪਰਮਾਤਮਾ ਦੇ ਭਾਣੇ ਨੂੰ ਮੰਨਣ ਦੀ ਸ਼ਕਤੀ ਸਾਡੇ ਕੋਲ ਹੋਣੀ ਚਾਹੀਦੀ ਹੈ। ਇਸ ਪ੍ਰਕਾਰ ਅਸੀਂ ਇਸ ਮੋਹ ਦੀ ਤੰਦ ਨੂੰ ਤੋੜਨਾ ਹੈ। ਮੋਹ ਕੁਟੰਬ ਸਿਓ ਪ੍ਰੀਤ ਨਾ ਹੋਏ, ਜਾ ਹਿਰਦੈ ਵਸਿਆ ਸੱਚ ਸੋਏ। ਗੁਰਮੁਖ ਮਨ ਬੇਦਿਆ ਅਸਥਿਰ ਹੋਏ, ਹੁਕਮ ਪਛਾਣੈ ਬੂਝੈ ਸੱਚ ਸੋਏ। ਗੁਰਮੁਖ ਮਨੁੱਖ ਅਡੋਲ ਹੋ ਜਾਂਦਾ ਹੈ। ਉਹ ਪਰਮਾਤਮਾ ਦੀ ਰਜ਼ਾ ਨੂੰ ਪਛਾਣਨ ਲੱਗ ਜਾਂਦਾ ਹੈ। ਉਹ ਆਪਣੇ ਮਨ ਨੂੰ ਪਰਮਾਤਮਾ ਦੀ ਯਾਦ ਦੇ ਵਿੱਚ ਬਿੰਨ ਲੈਂਦਾ ਹੈ। ਤੂੰ ਕਰਤਾ ਮੈਂ ਅਵਰ ਨਾ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ। ਕਿਰਪਾ ਕਰੇ ਗਾਵਾਂ ਪ੍ਰਭ ਸੋਏ, ਨਾਮ ਰਤਨ ਸਭ ਜਗ ਮਹਿ ਲੋਏ। ਗੁਰਮੁਖ ਮਨੁੱਖ ਉਸ ਪਰਮਾਤਮਾ ਦੇ ਅੱਗੇ ਇਸ ਪ੍ਰਕਾਰ ਅਰਦਾਸ ਕਰਦਾ ਹੈ ਕਿ ਹੇ ਪਰਮਾਤਮਾ, ਤੂੰ ਹੀ ਕਰਨਹਾਰ ਹੈ, ਮੇਰੀ ਕੋਈ ਹਸਤੀ ਨਹੀਂ ਹੈ। ਤੂੰ ਕਰਤਾ
ਮੈਂ ਅਵਰ ਨਾ ਕੋਏ, ਨਾ ਹੀ ਤਾਂ ਮੇਰੀ ਕੋਈ ਹਸਤੀ ਹੈ ਤੇ ਨਾ ਹੀ ਤੇਰੇ ਬਰਾਬਰ ਦੀ ਕੋਈ ਹਸਤੀ ਹੈ ਜਿਹੜੀ ਮੈਨੂੰ ਚੰਗੀ ਲੱਗੇ। ਤੁਝ ਸੇਵੀ ਤੁਝ ਤੇ ਪਤ ਹੋਏ, ਕਿ ਮੇਰੇ ਤੇ ਕਿਰਪਾ ਕਰ ਕਿ ਮੈਂ ਤੇਰਾ ਨਾਮ ਸਿਮਰਦਾ ਰਹਾ, ਕਿਉਂਕਿ ਤੇਰੇ ਨਾਮ ਦੇ ਵਿੱਚੋਂ ਹੀ ਮੈਨੂੰ ਇੱਜ਼ਤ ਮਿਲਦੀ ਹੈ। ਕਿਰਪਾ ਕਰੇ ਗਾਵਾਂ ਪ੍ਰਭ ਸੋਏ, हे ਪ੍ਰਮਾਤਮਾ ਤੂੰ ਮੇਰੇ ਤੇ ਕਿਰਪਾ ਕਰ ਕਿ ਮੈਂ ਤੇਰੀ ਸਿਫਤ ਸਲਾਹ ਦੀ ਬਾਣੀ ਗਾ ਸਕਾਂ। ਨਾਮ ਰਤਨ ਸਭ ਜਗ ਮਹਿ ਲੋਏ, ਉਸ ਪ੍ਰਮਾਤਮਾ ਦਾ ਨਾਮ ਅਜਿਹਾ ਰਤਨ ਹੈ ਜੋ ਇਸ ਸਾਰੇ ਜਗਤ ਦੇ ਵਿੱਚ ਚਾਨਣ ਫੈਲਾ ਸਕਦਾ ਹੈ। ਗੁਰਮੁਖ ਬਾਣੀ ਮਿੱਠੀ ਲਾਗੀ, ਅੰਤਰ ਬਿਗਸੈ ਅਨ ਦਿਨ ਲਿਵ ਲਾਗੀ। ਸਹਿਜੇ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰਾ ਵਡਭਾਗੀ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਪੈ ਗਿਆ, ਗੁਰਮੁਖ ਬਣ ਗਿਆ, ਤੇ ਜਿਹਨੂੰ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਮਿੱਠੀ ਲੱਗਣ ਲੱਗ ਗਈ, ਉਹਦਾ ਅੰਤਰ ਬਿਗਸੈ, ਉਹਦਾ ਹਿਰਦਾ ਖਿੜ ਜਾਂਦਾ ਹੈ, ਉਹਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ। ਅਨ ਦਿਨ ਲਿਵ ਲਾਗੀ, ਤੇ ਹਰ ਰੋਜ਼ ਦਿਨ ਰਾਤ ਉਹਦੀ ਲਿਵ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੀ ਰਹਿੰਦੀ ਹੈ। ਸਹਿਜੇ ਸੱਚ ਮਿਲਿਆ ਪ੍ਰਸਾਦੀ, ਗੁਰੂ ਦੀ ਕਿਰਪਾ ਦੇ ਨਾਲ ਆਤਮਿਕ ਅਡੋਲਤਾ ਵੀ ਹਾਸਲ ਹੋ ਜਾਂਦੀ ਹੈ ਤੇ ਸਦਾ ਸਥਿਰ ਰਹਿਣ ਵਾਲਾ ਉਹ ਪਰਮਾਤਮਾ ਵੀ ਮਿਲ ਜਾਂਦਾ ਹੈ। ਸਤਿਗੁਰ ਪਾਇਆ ਪੂਰਾ ਵਡਭਾਗੀ, ਪਰ ਗੁਰੂ ਜੀ ਕਹਿੰਦੇ ਕਿ ਸਤਿਗੁਰ ਦੇ ਨਾਲ ਮਿਲਾਪ ਵੱਡੇ ਭਾਗਾਂ ਦੇ ਨਾਲ ਹੀ ਹਾਸਲ ਹੁੰਦਾ ਹੈ, ਤੇ ਸਾਨੂੰ ਤੇ ਆਪਣੇ ਆਪ ਨੂੰ ਉਹ ਵਡਭਾਗੀ ਮਨੁੱਖ ਮੰਨਣਾ ਚਾਹੀਦਾ ਹੈ, ਕਿਉਂਕਿ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸੱਚਾ ਗੁਰੂ ਮੌਜੂਦ ਹੈ। ਸਾਨੂੰ ਗੁਰੂ ਮਿਲਿਆ ਹੋਇਆ ਹੈ, ਅਸੀਂ ਤੇ ਸਿਰਫ ਉਹਦੇ ਲੜ ਲੱਗਣਾ ਹੈ। ਹਉਮੈ ਮਮਤਾ ਦੁਰਮਤ ਦੁੱਖ ਨਾਸ, ਜਬ ਹਿਰਦੈ ਰਾਮ ਨਾਮ ਗੁਣਤਾਸ। ਗੁਣਾਂ ਦਾ ਖਜ਼ਾਨਾ ਪਰਮਾਤਮਾ ਦਾ ਨਾਮ ਜਦੋਂ ਸਾਡੇ ਹਿਰਦਿਆਂ ਦੇ ਵਿੱਚ ਵਸਿਆ ਹੋਇਆ ਹੋਵੇ ਤਾਂ ਸਾਡੇ ਅੰਦਰੋਂ ਹਉਮੈ, ਅਪਣੱਤ, ਦੁਰਮਤ ਤੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਇੱਥੇ ਜੋ ਅਪਣੱਤ ਦਾ ਨਾਸ ਹੁੰਦਾ ਹੈ, ਉਹ ਅਪਣੱਤ ਵੀ ਉਸ ਮੋਹ ਵਰਗੀ ਹੈ, ਉਸ ਪਰਿਵਾਰਕ ਮੋਹ ਵਰਗੀ, ਉਸ ਕੁਟੰਬ ਦੇ ਮੋਹ ਵਰਗੀ ਹੈ ਜਿਸਦਾ ਆਪਾਂ ਪਿੱਛੇ ਜ਼ਿਕਰ ਕੀਤਾ ਹੈ। ਕਈ ਵਾਰ ਅਪਣੱਤ ਵੀ ਸਾਡੇ ਤੋਂ ਗਲਤ ਕੰਮ ਕਰਵਾ ਜਾਂਦੀ ਹੈ। ਅਪਣੱਤ ਦੇ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਇੱਕ ਇਨਸਾਨ ਦੇ ਨਾਲ ਅਪਣੱਤ ਦੇ ਚੱਕਰ ਦੇ ਵਿੱਚ ਕਿਸੇ ਦੂਸਰੇ ਦਾ ਨੁਕਸਾਨ ਤੇ ਨਹੀਂ ਹੋ ਰਿਹਾ। ਇਸ ਕਰਕੇ ਅਪਣੱਤ ਦਾ ਵੀ ਨਾਸ ਕਰਨ ਦੀ ਗੱਲ ਇੱਥੇ ਕਹੀ ਗਈ ਹੈ। ਸਾਨੂੰ ਸੋਝੀ ਆ ਜਾਂਦੀ ਹੈ, ਇੱਕ ਬਰਾਬਰਤਾ ਦਾ ਪਾਠ ਸਾਨੂੰ ਯਾਦ ਹੋ ਜਾਂਦਾ ਹੈ। ਅਸੀਂ ਹਰ ਮਨੁੱਖ ਨੂੰ ਬਰਾਬਰ ਕਰਕੇ ਜਾਣਦੇ ਹਾਂ ਜਦ ਪ੍ਰਮਾਤਮਾ ਦਾ ਨਾਮ ਸਾਡੇ ਹਿਰਦਿਆਂ ਦੇ ਵਿੱਚ ਵਸਿਆ ਹੋਵੇ। ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਪ੍ਰਮਾਤਮਾ ਦਾ ਜਸ ਗਾ ਕੇ ਗੁਰਮੁਖਾਂ ਦੀ ਬੁੱਧੀ ਪ੍ਰਗਟ ਹੋ ਜਾਂਦੀ ਹੈ, ਉਹਨਾਂ ਨੂੰ ਅਕਲ ਆ ਜਾਂਦੀ ਹੈ, ਮਨ ਦੇ ਵਿੱਚ ਚਾਨਣ ਹੋ ਜਾਂਦਾ ਹੈ। ਜਬ ਹਿਰਦੈ ਰਵਿਆ ਚਰਨ ਨਿਵਾਸ, ਜਦੋਂ ਹਿਰਦਿਆਂ ਦੇ ਵਿੱਚ ਉਹ ਪ੍ਰਮਾਤਮਾ ਵਸਿਆ ਹੋਵੇ ਤੇ ਸਾਡੀ ਲਿਵ ਉਸ ਪ੍ਰਮਾਤਮਾ ਦੇ ਨਾਲ ਜੁੜੀ ਹੋਵੇ, ਅਸੀਂ ਗੁਰਮੁਖ ਬਣੇ ਹੋਈਏ, ਸਾਡੀ ਬੁੱਧੀ ਪ੍ਰਗਟ ਹੋ ਜਾਂਦੀ ਹੈ। ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ। ਹਿਰਦੈ ਸਾਚਾ ਨਾਮ ਵਸਾਏ, ਨਾਨਕ ਸਹਿਜੇ ਸੱਚ ਸਮਾਏ। ਉਹ ਪ੍ਰਮਾਤਮਾ ਜਿਸ ਮਨੁੱਖ ਨੂੰ ਆਪਣਾ ਨਾਮ ਬਖਸ਼ਦਾ ਹੈ, ਉਹੀ ਮਨੁੱਖ ਉਹਦਾ ਨਾਮ ਪ੍ਰਾਪਤ ਕਰਦਾ ਹੈ। ਜਿਸ ਮਨੁੱਖ ਨੂੰ ਉਹ ਗੁਰੂ ਦੇ ਨਾਲ ਮਿਲਾ ਦਿੰਦਾ ਹੈ ਜਾਂ ਗੁਰੂ ਦੇ ਸੇਵਕਾਂ ਦੇ ਨਾਲ ਮਿਲਾ ਦਿੰਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਖਤਮ ਕਰ ਲੈਂਦਾ ਹੈ, ਆਪਣੇ ਹਿਰਦੇ ਦੇ ਵਿੱਚ ਉਸ ਪ੍ਰਮਾਤਮਾ ਨੂੰ ਵਸਾ ਲੈਂਦਾ ਹੈ ਤੇ ਆਪਣੀ ਹਸਤੀ ਨੂੰ ਉਸ ਪ੍ਰਮਾਤਮਾ ਦੇ ਵਿੱਚ ਹੀ ਸਮਾ ਦਿੰਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 232ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚੋਂ ਅਸੀਂ ਜੋ ਪਰਿਵਾਰਕ ਮੋਹ ਅਤੇ ਅਪਣੱਤ ਦੇ ਬਾਰੇ 'ਚ ਸਿੱਖਿਆ, ਉਹ ਇੱਕ ਬਹੁਤ ਵਧੀਆ ਸਿੱਖਿਆ ਹੈ ਜਿਹੜੀ ਸਾਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਲੈ ਕੇ ਆਉਣੀ ਚਾਹੀਦੀ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਮੋਹ ਵੀ ਕਰੀਏ, ਪਿਆਰ ਵੀ ਕਰੀਏ, ਪਰ ਨਾਲ ਦੀ ਨਾਲ ਸਾਰੀ ਲੋਕਾਈ ਨੂੰ ਵੀ ਪਿਆਰ ਕਰੀਏ। ਤੇ ਉਹ ਪਿਆਰ ਅਜਿਹਾ ਹੋਵੇ ਕਿ ਕੋਈ ਨੁਕਸਾਨ ਹੋ ਜਾਣ 'ਤੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੇ ਖੁੱਸ ਜਾਣ 'ਤੇ ਸਾਨੂੰ ਦੁੱਖ ਨਾ ਹੋਵੇ, ਪਰ ਜਦ ਤੱਕ ਉਹ ਪਰਿਵਾਰਕ ਮੈਂਬਰ ਸਾਡੇ ਨਾਲ ਨੇ, ਅਸੀਂ
ਪ੍ਰੇਮ ਦੇ ਨਾਲ ਉਹਨਾਂ ਦੇ ਨਾਲ ਵਿਚਰੀਏ, ਉਹਨਾਂ ਨਾਲ ਆਪਣਾ ਸਮਾਂ ਚੰਗੀ ਤਰ੍ਹਾਂ ਦੇ ਨਾਲ ਬਤੀਤ ਕਰੀਏ। ਮੋਹ ਕੁਟੰਬ ਸਿਓ ਪ੍ਰੀਤ ਨਾ ਹੋਏ, ਜਾ ਹਿਰਦੈ ਵਸਿਆ ਸੱਚ ਹੋਏ। ਤੇ ਦੂਜੀ ਪੰਕਤੀ, ਹਉਮੈ ਮਮਤਾ ਦੁਰਮਤ ਦੁਖ ਨਾਸ, ਜਬ ਹਿਰਦੈ RAM ਨਾਮ ਗੁਣਤਾਸ। ਇਹ ਪੰਕਤੀਆਂ ਅਸੀਂ ਅੱਜ ਦੇ ਅੰਗ ਦੀ ਬਾਣੀ ਦੇ ਸਾਰ ਅੰਸ਼ ਦੇ ਤੌਰ ਤੇ ਲੈਣੀਆਂ ਹਨ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।